ਸਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ। ਵਾਹਿਗੁਰੂ ਸਾਹਿਬ ਜੀਓ ਦੋਹਰਾ। ਅਥ ਆਚਾਰੀ ਵੈਸ਼ਨੋ ਮਾਈ ਦਾਸ ਸੋ ਨਾਮ। ਭਗਤ ਕਰਤ ਸ਼੍ਰੀ ਕ੍ਰਿਸ਼ਨ ਕੀ ਪ੍ਰੇਮ ਸਹਿਤ ਨਿਸ਼ਕਾਮ। ਅਤ ਆਚਾਰੀ ਵੈਸ਼ਨੋ ਮਾਈ ਦਾਸ ਸੋ ਨਾਮ। ਭਗਤ ਕਰਤ ਸ਼੍ਰੀ ਕ੍ਰਿਸ਼ਨ ਕੀ ਪ੍ਰੇਮ ਸਹਿਤ ਨਿਸ਼ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਹਰਾ ਜਹੂਰ ਦੀਨਾ ਬੰਧੂ ਭਗਤ ਵਛਲ
ਮਿਹਰਾਮਤਾਂ ਦਾ ਸਾਗਰ, ਦਇਆ ਕੇ ਖਜ਼ਾਨੇ, 10 ਪਾਤਸ਼ਾਹੀਓਂ ਜੀ ਕੇ ਪਾਵਨ ਪਵਿੱਤਰ ਸਵਰੂਪ, ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸੱਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਦੀ ਦਇਆ ਦੇ ਸਦਕਾ ਗੁਰੂ ਗਰੀਬ ਨਵਾਜ਼ ਜੀਆਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਆਪਾਂ ਮਾਈ ਭਾਈ ਸੰਗਤਾਂ ਨੂੰ ਪ੍ਰਾਪਤ ਹੋ ਰਿਹਾ ਹੈ। ਗੁਰੂ ਗਰੀਬ ਨਵਾਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਦਰ ਘਰ ਦੀ ਸੋਭਾ ਕੀਰਤੀ ਵਡਿਆਈ ਸਰਵਣ ਕਰਨ ਵਾਸਤੇ ਆਪ ਗੁਰੂ ਰੂਪ ਪ੍ਰੇਮੀ ਜਨ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਸ਼ਰਨ ਸਾਧ ਸੰਗਤ ਕੀ ਹਾਜ਼ਰੀ ਭਰਦੇ ਹੋ। ਜਥਾ ਪ੍ਰਸੰਗ ਖਾਲਸਾ ਜੀ ਆਪਾਂ ਪਿਛਲੇ ਦੀਵਾਨ ਵਿੱਚ ਵਿਚਾਰਿਆ ਸੁਣਿਆ ਹੈ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਜਦੋਂ ਤੀਰਥਾਂ ਦੀ ਯਾਤਰਾ ਕਰਨ ਉਪਰੰਤ ਮਹਾਰਾਜ ਜੀ ਗੋਇੰਦਵਾਲ ਸਾਹਿਬ ਵਾਪਸ ਆਏ ਹੈ। ਹਜ਼ੂਰ ਨੇ ਮਨ ਵਿੱਚ ਵਿਚਾਰ ਕੀਤੀ ਕਿ ਕਿਉਂ ਨਾ ਸਿੱਖਾਂ ਨੂੰ ਇੱਕ ਸੁੰਦਰ ਤੀਰਥ ਥਾਪ ਕੇ ਦਿੱਤਾ ਜਾਵੇ। ਸਾਡੇ ਦਰਸ਼ਨ ਦੀਦਾਰੇ ਕਰਨ ਆਉਂਦੇ ਸਿੱਖ ਇਸ ਤੀਰਥ ਦਾ ਇਸ਼ਨਾਨ ਕਰਕੇ ਆਪਣੇ ਤਨ ਮਨ ਦੀ ਮੈਲ ਕੱਟਿਆ ਕਰਨ। ਭਾਈ ਪਾਰੋ ਜੀਆਂ ਪਾਸ ਔਰ ਸਾਰੀ ਸੰਗਤ ਵਿੱਚ ਮਹਾਰਾਜ ਜੀ ਆਏ ਵਿਚਾਰ ਪ੍ਰਗਟ ਕੀਤਾ ਹੈ। ਆਖਿਆ ਕਿ ਅਸੀਂ ਬੌਲੀ ਲਗਵਾਉਣ ਦਾ ਫੁਰਨਾ ਕਰਦੇ ਹਾਂ ਇੱਥੇ ਬਿਆਸ ਦਰਿਆ ਦੇ ਕੰਢੇ। ਹੁਕਮਨਾਮੇ ਲਿਖ ਭਾਈ ਪਾਰੋ ਜੀਆਂ ਦੇ ਹੱਥੀਂ ਦੂਰ ਦੇਸ਼ਾਂ ਵਿਦੇਸ਼ਾਂ ਵਿੱਚ ਪਿੰਡਾਂ ਨਗਰਾਂ ਵਿੱਚ ਪਹੁੰਚਾਏ ਗਏ ਕਿ ਗੁਰੂ ਘਰ ਬੌਲੀ ਸਾਹਿਬ ਦੇ ਪ੍ਰਥਾਏ ਕਾਰ ਸੇਵਾ ਆਰੰਭ ਹੋ ਰਹੀ ਹੈ। ਬੇਅੰਤ ਗਿਣਤੀ ਵਿੱਚ ਸੰਗਤਾਂ ਮਾਈ ਅਰ ਭਾਈ ਪ੍ਰੇਮ ਦੇ ਬੱਧੇ ਹੋਏ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀ ਸੇਵਾ ਕਰਨ ਵਾਸਤੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪੁੱਜਣ ਲੱਗੇ। ਮਾਈਆਂ ਸੀਸ ਤੇ ਟੋਕਰੇ ਚੁੱਕੇ ਹੈ। ਸਿੱਖਾਂ ਨੇ ਮੋਢੇ ਕਈਆਂ ਰੱਖੀਆਂ ਹੋਈਆਂ। ਲਾਹੌਰ ਤੀਕਰ ਜਿਹੜੇ ਮਜ਼ਦੂਰ ਦਿਹਾੜੀਦਾਰ ਮਹਾਰਾਜ ਤੋਂ 2 ਟਕਾ ਜਿਹੜਾ ਸ਼ਾਮ ਨੂੰ ਮਜ਼ਦੂਰੀ ਲੈਂਦੇ ਆ, ਇਹ ਵੀ ਬੌਲੀ ਸਾਹਿਬ ਦੀ ਖੁਦਾਈ ਮਿੱਟੀ ਕੱਢਣ ਦੀ ਸੇਵਾ ਵਿੱਚ ਲੱਗੇ ਹੈ। ਹੋਰ ਬੇਅੰਤ ਸੰਗਤਾਂ ਆਪਣੇ ਹੱਥਾਂ ਨੂੰ ਸਰੀਰਾਂ ਨੂੰ ਸਫਲਾ ਬਣਾ ਰਹੇ ਹੈ। ਉੱਥੇ ਹੀ ਸੋਢੀ ਬੰਸ ਦੇ ਤੁਜਾ ਧੁਰੰਦਰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਰਿਆਂ ਤੋਂ ਮੋਹਰੀ ਹੋਏ ਸੇਵਾ ਕਰਦੇ ਆ। ਦੂਜੇ ਤਾਂ ਕਿਤੇ ਸਮਾਂ ਪਾ ਕੇ ਬੈਠ ਜਾਂਦੇ ਆ, ਪਰ ਗੁਰੂ ਅਮਰਦਾਸ ਮਹਾਰਾਜ ਦੇ ਪ੍ਰੇਮ ਚਰਨਾਂ ਪ੍ਰੇਮ ਪਿਆਰ ਵਿੱਚ ਭਿੱਜੇ ਹੋਏ ਸ਼੍ਰੀ ਰਾਮਦਾਸ ਜੀ ਸਾਰਾ ਦਿਨ ਟੋਕਰੀ ਢੋਣ ਦੀ ਸੇਵਾ ਕਰਦੇ ਆ। ਕਵੀ ਜੀਆਂ ਵਿੱਚ ਫਿਰ ਇੱਕੋ ਵੀ ਪ੍ਰਸੰਗ ਲਿਖਿਆ ਦੱਸਿਆ ਹੈ। ਲਾਹੌਰ ਦੇ ਸੋਢੀ ਜਿਹੜੇ ਹੈ ਭਾਵ ਸ਼੍ਰੀ ਰਾਮਦਾਸ ਮਹਾਰਾਜ ਦੇ ਜਿਹੜੇ ਪੂਰਵਜ ਹਨ, ਜਿਹੜੇ ਇਹਨਾਂ ਦੇ ਚਾਚੇ ਤਾਏ ਕੋਈ ਸ਼ਰੀਕੇ ਵਿੱਚੋਂ ਹੈ, ਗੰਗਾ ਦਾ ਇਸ਼ਨਾਨ ਕਰਨ ਵਾਸਤੇ
ਕਾਫੀ ਲਾਹੌਰੀਏ ਆਏ ਹੈ, ਜਿਨ੍ਹਾਂ ਵਿੱਚ ਸੋਢੀ ਬਹੁਤੇ ਹੈ। ਵਿਚਾਰ ਕੀਤੀ ਵੀ ਇੱਥੇ ਗੋਇੰਦਵਾਲ ਹਰਦਾਸ ਜੀ ਦੇ ਪੁੱਤਰ ਸ਼੍ਰੀ ਰਾਮਦਾਸ ਜੀ ਰਹਿੰਦੇ ਹੈ ਆਪਣੇ ਸਹੁਰਿਆਂ ਉੱਪਰ। ਵੇਖੀਏ ਕਿਵੇਂ ਦਾ ਕੰਮਕਾਰ ਇਹਨਾਂ ਇੱਥੇ ਚਲਾਇਆ ਵੈ। ਉਹ ਇਹੋ ਜਿਹੀ ਮਨ 'ਚ ਇੱਛਾ ਜੀ ਰੱਖ ਕੇ ਗੋਇੰਦਵਾਲ ਠਹਿਰੇ ਹੈ। ਅਜੇ ਵੜੇ ਹੈ ਗੋਇੰਦਵਾਲ ਸਾਹਿਬ, ਜਿੱਥੇ ਬੌੜੀ ਦੀ ਸੇਵਾ ਹੋ ਰਹੀ ਹੈ। ਇੱਧਰ ਜਦੋਂ ਆਏ, ਸ਼੍ਰੀ ਰਾਮਦਾਸ ਜੀ ਮਹਾਰਾਜ ਦੇ ਸੀਸ ਤੇ ਭਰਿਆ ਮਿੱਟੀ ਦਾ ਟੋਕਰਾ ਵੇਖ ਕੇ ਜਾਤ ਦੇ ਹੰਕਾਰੀਆਂ ਨੂੰ ਸਣ ਕੱਪੜੀ ਅੱਗ ਲੱਗ ਗਈ। ਔਰ ਕੁਝ ਹੱਸਦੇ ਐ, ਕੁਝ ਬੋਲ ਕਬੋਲ ਬੋਲਣ ਲੱਗੇ। ਜਿਹੜੇ ਕੋਈ ਉਮਰ ਦੇ ਵੱਡੇ ਬਜ਼ੁਰਗ ਐ, ਉਹਨਾਂ ਨੇ ਕੁਝ ਖੋਟੇ ਬਚਨ ਸ਼੍ਰੀ ਰਾਮਦਾਸ ਮਹਾਰਾਜ ਨੂੰ ਬੋਲੇ ਹੈ ਕਿ ਅਸੀਂ ਆਖਿਆ ਹੈ ਵੀ ਇੱਥੇ ਗੋਇੰਦਵਾਲ ਸਾਹਿਬ ਚੰਗਾ ਨਗਰ ਹੈ, ਕੋਈ ਕੰਮਕਾਰ ਚਲਾਇਆ ਹੋਣਾ, ਪਰ ਤੁਸੀਂ ਤਾਂ ਇੱਥੇ ਸਹੁਰਿਆਂ ਦੇ ਘਰ ਵਿੱਚ ਟੋਕਰੀ ਢੋਂਦੇ ਹੋ। ਸਾਡੀ ਕੀ ਇੱਜ਼ਤ ਰਹੀ ਸੰਸਾਰ ਵਿੱਚ? ਸਾਨੂੰ ਪਤਾ ਹੁੰਦਾ ਵੀ ਤੁਸੀਂ ਇੱਥੇ ਸਹੁਰੇ ਘਰ ਦਾ ਕੱਟਾ ਢੋਣਾ ਹੈ ਤੇ ਅਸੀਂ ਨਾ ਆਉਂਦੇ ਗੋਇੰਦਵਾਲ ਨੂੰ। ਐਂ ਬੁੜ ਕਰਦੇ। ਜਿੱਥੇ ਕੋਈ ਇਹਨਾਂ ਠਹਿਰਨ ਵਾਸਤੇ ਤੰਬੂ ਲਾਏ ਸੀ, ਉੱਥੇ ਜਾ ਪਹੁੰਚੇ ਹੈ। 3-4 ਘੜੀਆਂ ਦਿਨ ਰਹੇ ਤੋਂ ਮਹਾਰਾਜ ਦੇ ਦਰਸ਼ਨਾਂ ਨੂੰ ਗਏ ਹੈ। ਦਰਸ਼ਨ ਕਾਹਦੇ ਦੇਣਾ? ਤਾਂ ਸ਼੍ਰੀ ਅਮਰਦਾਸ ਮਹਾਰਾਜ ਨੂੰ ਲਾਮਾ ਸੀ ਵੀ ਸਾਡੀ ਕੁੱਲ ਦੀ ਲਾਜ ਨਹੀਂ ਰੱਖੀ। ਸ਼੍ਰੀ ਰਾਮਦਾਸ ਨੂੰ ਤੁਸੀਂ ਟੋਕਰੀ ਢੋਣ ਤੇ ਲਾਇਆ। ਤੁਹਾਡੇ ਘਰ ਦੇ ਦਾਮਾਦ ਹਨ, ਸੋਢੀਆਂ ਦੇ ਵੰਸ਼ ਵਿੱਚੋਂ ਹੈ। ਤੋ ਇਹ ਹੰਕਾਰੀ ਜੇ ਜਾ ਸ਼੍ਰੀ ਅਮਰਦਾਸ ਮਹਾਰਾਜ ਪਾਸ ਪਹੁੰਚੇ, ਮੱਥਾ ਤਾਂ ਨਾ ਟੇਕਿਆ, ਜਾ ਕੇ ਉਵੇਂ ਹੀ ਜਥਾ ਜਗ੍ਹਾ ਮਿਲੀ ਸੱਜ ਗਏ ਹੈ। ਗਰੀਬ ਨਵਾਜ ਨੇ ਇਹਨਾਂ ਦੀ ਚੰਗਾ ਸਤਿਕਾਰ ਵੀ ਕੀਤਾ। ਆ ਇੱਕ ਮੰਗਲਾ ਨਾਵੇਂ ਕਹਿੰਦੇ ਬਜ਼ੁਰਗ ਹੈ ਇਹਨਾਂ ਦੇ ਵਿੱਚ, ਉਹ ਸ਼੍ਰੀ ਅਮਰਦਾਸ ਜੀ ਮਹਾਰਾਜ ਸਤਿਗੁਰਾਂ ਨੂੰ ਬੋਲਿਆ ਕਿ ਵੇਖੋ ਮਹਾਰਾਜ, ਜਾਤ ਤੇ ਖਾਨਦਾਨ ਦੀ ਲਾਜ ਸ਼ਰਮ ਸਾਰਿਆਂ ਨੂੰ ਹੈ। ਤੁਸੀਂ ਤਾਂ ਚੰਗੇ ਭਲੇ ਸਿਆਣੇ ਹੋ ਵੀ ਤੁਸੀਂ ਇਹ ਕੀ ਕੀਤਾ ਹੈ ਵੀ ਸ਼੍ਰੀ ਰਾਮਦਾਸ ਸਾਡੇ ਸੋਢੀਆਂ ਦੇ ਹੈ। ਸਾਡੇ ਸੋਢੀਆਂ ਨੇ ਤਾਂ ਕਦੀ ਨੀਵਾਂ ਕੰਮ ਕੀਤਾ ਹੀ ਨਹੀਂ, ਜਿਹਦੇ ਨਾਲ ਸ਼ਰੀਕੇ ਵਿੱਚ ਧੌਣ ਨੀਵੀਂ ਹੋਵੇ। ਬਾਕੀ ਇਹ ਤੁਹਾਡੇ ਘਰ ਦੇ ਦਾਮਾਦ ਹਨ, ਰਿਸ਼ਤਾ ਵੱਡਾ ਹੈ, ਤੇ ਤੁਸੀਂ ਇਹਨਾਂ ਨੂੰ ਮਜ਼ਦੂਰਾਂ ਦਿਹਾੜੀਆਂ ਦੇ ਨਾਲ ਟੋਕਰੀ ਕੋਈ ਹੋਰ ਕੰਮ ਦੇ ਦਿੰਦੇ। ਉਹਨੇ ਚਿਰ ਨੂੰ ਸ਼੍ਰੀ ਰਾਮਦਾਸ ਜੀ ਮਹਾਰਾਜ ਆ ਗਏ। ਤੇ ਇਹ ਲਾਹੌਰੀਏ ਕਹਿੰਦੇ ਆ ਕਿ ਆ ਸਾਡੇ ਘਰੇ ਕਾਹਦੇ ਜੰਮ ਪਏ ਆ। ਸ਼੍ਰੀ ਰਾਮਦਾਸ ਸਿਰ ਵਿੱਚ ਸਾਡੇ ਇਹਨਾਂ ਖੇਪ ਪਵਾ ਦਿੱਤੀ ਹੈ। ਇੱਥੇ ਸਹੁਰੇ ਘਰ ਦਾ ਕੱਟਾ ਢੋਂਦੇ ਆ। ਸਾਡੇ ਦੂਜੇ ਜਿੰਨੇ ਧੀਆਂ ਪੁੱਤਰ ਹਨ, ਸਾਡਾ ਸ਼ਰੀਕਾ ਕਬੀਲਾ ਹੈ, ਸਾਰਿਆਂ ਦੀ ਆਪੋ ਆਪਣੇ ਸੋਹਣੇ ਕਾਰੋਬਾਰ ਹੈ। ਇੱਥੇ ਹੋਰ ਕਿਤੇ ਜਾ ਕੇ ਕੋਈ ਆਪਦਾ ਕੰਮ ਹੀ ਚਲਾ ਲੈਂਦੇ, ਇੱਥੇ ਟੋਕਰੀ ਢੋਣ ਨਾਲੋਂ ਤਾਂ ਚੰਗਾ ਸੀ। ਇਹੋ ਜਿਹੇ ਬਚਨ ਸੁਣ ਕੇ ਸ਼੍ਰੀ ਅਮਰਦਾਸ ਜੀ ਮਹਾਰਾਜ ਸਤਿਗੁਰੂ ਬੋਲੇ ਹੈ, ਕਹਿੰਦੇ ਇਹ ਸਾਰੇ ਸੰਸਾਰ ਦਾ ਛਤਰ ਜਿਹੜਾ ਤੁਹਾਨੂੰ ਟੋਕਰਾ ਦੀਦਾ ਨਾ, ਹੰਕਾਰ ਚੜਿਆ ਤੁਹਾਡੀਆਂ ਅੱਖਾਂ ਤੇ, ਹੰਕਾਰ ਦੀ ਪਰਤ ਇਹ ਲਾ ਕੇ ਵੇਖੋ ਤੇ ਕੇਸਰ ਡਿੱਗਦਾ ਜਿਹੜਾ ਉਹਦੇ ਵਿੱਚੋਂ ਮਿੱਟੀ ਨਿਕਲਦੀ ਹੈ। ਸਾਰੇ ਸੰਸਾਰ ਦਾ ਛਤਰ ਦਿੱਤਾ ਹੈ ਅਸੀਂ ਸ਼੍ਰੀ ਰਾਮਦਾਸ ਜੀ ਨੂੰ। ਰਹੀ ਗੱਲ ਤੁਹਾਡੇ ਸਿਰ ਵਿੱਚ ਖੇਹ ਪੈਣ ਦੀ, ਉਹ ਤਾਂ ਪਈ ਹੋਈ ਹੈ ਅਗਿਆਨ ਕਰਕੇ। ਦੂਜੀ ਗੱਲ ਵੀ ਤੁਸੀਂ ਕਹਿੰਦੇ ਹੋ ਸਾਡੇ ਕੁੱਲ ਵਿੱਚ ਕਾਹਨੂੰ ਜੰਮ ਪਏ। ਜੇ ਸ਼੍ਰੀ ਗੁਰੂ ਰਾਮਦਾਸ ਜੀ ਤੁਹਾਡੀ ਕੁੱਲ ਵਿੱਚ ਨਾ ਜੰਮਦੇ, ਨਾ ਅਵਤਰਦੇ,
ਤੁਹਾਡੇ ਪਿਛਲੇ ਜਿੰਨੇ ਬੁੱਢੇ ਠੇਰੇ ਚੜ੍ਹਾਈ ਕੀਤੇ ਸਾਰੇ ਨਰਕਾਂ 'ਚ ਸਨ। ਇਹਨਾਂ ਦੇ ਤੁਹਾਡੀ ਕੁਲ ਵਿੱਚ ਜਨਮ ਲੈਣ ਦੇ ਨਾਲ ਸਾਰੇ ਸਵਰਗਾਂ ਨੂੰ ਗਏ ਹੈ, ਨਹੀਂ ਤਾਂ ਤੁਸੀਂ ਵੀ ਉੱਧਰ ਹੀ ਜਾਣਾ ਸੀ। ਪਾਛੇ ਪਰੀ ਬਹੀਰ, ਜਿਵੇਂ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਸਮੇਂ ਬਾਬਾ ਕਾਲੂ ਜੀਆਂ ਨੂੰ ਸ਼ਰਾਧ ਕਰਦਿਆਂ ਵੇਖ ਕੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਉਦਾਸੀਆਂ ਤੋਂ ਘਰ ਆਏ ਹੈ, ਪੁੱਛਿਆ ਵੀ ਪਿਤਾ ਜੀ ਇਹ ਕਾਹਦੀ ਘਰ ਵਿੱਚ ਇੰਨੀ ਭੀੜ ਹੈ। ਬਾਬਾ ਕਾਲੂ ਜੀ ਦੱਸਦੇ ਸੀ ਕਿ ਆਪਣੇ ਬਜ਼ੁਰਗਾਂ ਦੇ ਸ਼ਰਾਧ ਕਰ ਰਹੇ ਅਸੀਂ। ਮਹਾਰਾਜ ਕਹਿੰਦੇ ਉਹਨਾਂ ਨੂੰ ਤੁਹਾਡੇ ਸ਼ਰਾਧਾਂ ਦੀ ਲੋੜ ਨਹੀਂ। ਬਾਬਾ ਕਲਿਆਣ ਚੰਦ ਜੀ ਦਾ ਉਦੋਂ ਅੰਤਲਾ ਸਮਾਂ ਸੀ ਤੇ ਤਰਕ ਜੀ ਕਰਕੇ ਪੁੱਛਦੇ ਆ ਵੀ ਜਾਂ ਤਾਂ ਸਾਨੂੰ ਵੀ ਵਿਖਾਓ। ਮਹਾਰਾਜ ਜੀ ਬਾਬਾ ਕਲਿਆਣ ਚੰਦ ਜੀ ਦਾ ਹੱਥ ਪਕੜ ਕੇ ਆਖਿਆ ਪਿਤਾ ਜੀ ਅੱਖਾਂ ਬੰਦ ਕਰੋ। ਜਦ ਹੀ ਅੱਖਾਂ ਨੇਤਰ ਬੰਦ ਕੀਤੇ, ਬਾਬਾ ਕਲਿਆਣ ਚੰਦ ਜੀ ਛਿਣ ਮਾਤਰ ਵਿੱਚ ਹੀ ਸੱਚਖੰਡ ਪਹੁੰਚੇ। ਇਹਨਾਂ ਦੇ ਸਾਰੇ ਪੂਰਵਜ ਵੇਖ ਕੇ ਖੜੇ ਹੋਏ। ਬੇਦੀਆਂ ਦੇ ਜਿੰਨੇ ਬਜ਼ੁਰਗ ਸਨ, ਆਓ ਕਲਿਆਣ ਚੰਦ ਜੀ ਧੰਨ ਭਾਗ ਸਾਡੇ ਤੁਹਾਡੇ ਦਰਸ਼ਨ ਹੋਏ ਆ। ਇਹਨਾਂ ਪੁੱਛਿਆ ਵੀ ਤੁਸੀਂ ਇੱਥੇ ਕਦੋਂ ਤੋਂ? ਕਹਿੰਦੇ ਜਦੋਂ ਤੋਂ ਤੁਹਾਡੇ ਘਰੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਵਤਾਰ ਧਾਰਿਆ, ਉਦੋਂ ਤੋਂ ਲੈ ਕੇ ਸਾਡੇ ਸਾਰੇ ਪਿਛਲੇ ਕੀਤੇ ਗੁਨਾਹ ਮਾਫ ਹਨ ਤੇ ਸਾਨੂੰ ਸੱਚਖੰਡ ਨਸੀਬ ਹੋਇਆ। ਸਾਰੇ ਹੀ ਬੜੇ ਆਨੰਦ ਵਿੱਚ ਹਾਂ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਸੋਢੀਆਂ ਦੀ ਕੁੱਲ ਨੂੰ ਭਾਗ ਲਾਏ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ। ਉਹ ਬਚਨ ਜਣਾਉਂਦੇ ਹੋਏ ਮਹਾਰਾਜ ਕਹਿ ਰਹੇ ਆ ਸੋਢੀਆਂ ਨੂੰ। ਤੋ ਮਹਾਰਾਜ ਤੋਂ ਇਹੋ ਜਿਹੇ ਬਚਨ ਸੁਣ ਕੇ ਫਿਰ ਮੁੜ ਗਏ ਆ। ਗੁਰੂ ਅਮਰਦਾਸ ਮਹਾਰਾਜ ਜੀ ਜਾਣਦੇ ਆ ਵੀ ਧੰਨ ਸ਼੍ਰੀ ਰਾਮਦਾਸ ਜੀ ਦਾ ਸਾਡੇ ਨਾਲ ਕਿੰਨਾ ਪ੍ਰੇਮ ਹੈ। ਉਹ ਨਹੀਂ ਜਾਣਦੇ ਜਾਤ ਪਾਤ ਹੰਕਾਰ ਨੂੰ, ਵਲ ਛਲ ਨਹੀਂ ਜਾਣਦੇ। ਕੇਵਲ ਤੇ ਕੇਵਲ ਸੇਵਾ ਦੇ ਵਿੱਚ ਤਦਾਕਾਰ ਹਨ, ਤਤਪਰ ਹਨ। ਇਹ ਪ੍ਰਸੰਗ ਆਪਾਂ ਪਿੱਛੇ ਸ਼ਰਵਣ ਕੀਤਾ। ਅੱਗੇ ਮਾਈ ਦਾਸ ਨਾਮੇ ਵੈਸ਼ਨੋ ਦਾ ਪ੍ਰਸੰਗ ਆਉਂਦਾ ਹੈ। ਬੜਾ ਕਰਮਕਾਂਡੀ ਬ੍ਰਾਹਮਣ ਸੀ। ਤੋ ਉਹਦੀ ਕਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਉਹਦੀ ਤਰਕ ਵਾਲੀ ਬੁੱਧੀ ਨੂੰ ਨਾਸ਼ ਕੀਤਾ, ਉਹ ਸਾਰਾ ਪ੍ਰਸੰਗ ਅੱਗੇ ਆਉਂਦਾ ਹੈ। ਆਪ ਸ਼ਰਵਣ ਕਰੋ ਜੀ। ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਗੁਰੂ ਅਮਰਦਾਸ ਜੀ ਮਹਾਰਾਜ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਅਤ ਆਚਾਰੀ ਵੈਸ਼ਨੋ। ਤੋ ਕਵੀ ਜੀ ਦੱਸਦੇ ਹੈ ਗੋਇੰਦਵਾਲ ਸਾਹਿਬ ਬੇਅੰਤ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ, ਜਿਨ੍ਹਾਂ ਵਿੱਚ ਨਾਨਾ ਤਰ੍ਹਾਂ ਦੇ ਮਤ ਮਤਾਂਤਰਾਂ ਦੇ ਲੋਕ ਆਉਂਦੇ ਹੈ। ਦਰਸ਼ਨ ਕਰਦਿਆਂ ਹੋਇਆਂ ਸੰਗਤਾਂ ਵਿੱਚ ਇੱਕ ਕਹਿੰਦੇ ਹੈ ਵੈਸ਼ਨੋ ਮਤ ਦਾ ਬਹੁਤ ਹੀ ਕਰਮਕਾਂਡੀ, ਸੁਚਮਤਾ ਆਪਦੇ ਆਪ ਨੂੰ ਸੁੱਚਾ ਪਵਿੱਤਰ ਰੱਖਣ ਵਾਲਾ, ਜਾਣਨ ਵਾਲਾ ਮਾਈ ਦਾਸ ਸੋ ਨਾਮ ਬ੍ਰਾਹਮਣ ਹੈ। ਮਾਈ ਦਾਸ ਜਿਸ ਦਾ ਨਾਮ ਹੈ। ਭਗਤ ਕਰਤ ਸ਼੍ਰੀ ਕ੍ਰਿਸ਼ਨ ਕੀ। ਇਹ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਦਾ ਬੜਾ ਭਗਤ ਹੈ। ਉਹਦੀ ਬੜੀ ਪ੍ਰੇਮਾ ਭਗਤੀ ਪੂਜਾ ਕਰਦਾ ਹੈ। ਪ੍ਰੇਮ ਸਹਿਤ ਨਿਸ਼ਕਾਮ। ਉਸ ਤਰ੍ਹਾਂ ਪ੍ਰੇਮ ਬਹੁਤ ਹੈ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਦੇ ਪ੍ਰਥਾਏ। ਬੜਾ ਪ੍ਰੇਮ ਹੈ ਇਸ ਮਾਈ ਦਾਸ ਨਾਮੇ ਪੰਡਤ ਬ੍ਰਾਹਮਣ ਵਿੱਚ। ਤੋ ਉਹਦੀ ਸੇਵਾ ਨਿਸ਼ਕਾਮ ਹੋ ਕੇ, ਇੱਕ ਤਾਂ ਹੁੰਦਾ ਨਾ ਕਾਮਨਾ, ਮਨ ਵਿੱਚ ਕੋਈ ਇੱਛਾ ਰੱਖ ਕੇ ਸੇਵਾ ਕਰਨੀ। ਇਹ ਬ੍ਰਾਹਮਣ ਸ਼੍ਰੀ ਭਗਵਾਨ ਕ੍ਰਿਸ਼ਨ ਦੀ ਪੂਜਾ ਕਰਦਾ ਹੈ। ਉਹ ਹੈ ਨਿਸ਼ਕਾਮ, ਕੋਈ ਇੱਛਾ ਨਹੀਂ ਰੱਖਦਾ ਹੈ। ਚਾਪਈ ਸੰਤਨ ਕੀ ਸੰਗਤ ਨਿਤ ਕਰੇ। ਇਹ ਸੰਤਾਂ ਮਹਾਂਪੁਰਸ਼ਾਂ ਦੀ ਨਿਤਾ ਪ੍ਰਤੀ ਬੜੀ ਭਾਰੀ ਸੰਗਤ ਕਰਨ ਵਾਲਾ ਹੈ। ਕ੍ਰਿਸ਼ਨ ਕ੍ਰਿਸ਼ਨ ਮੁਖ ਮਹਿ ਜਪ ਧਰੇ। ਸਾਰਾ ਦਿਨ ਮੁਖੋਂ ਸ਼੍ਰੀ ਕ੍ਰਿਸ਼ਨ ਕ੍ਰਿਸ਼ਨ ਹਰੇ 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 ਕ੍ਰਿਸ਼ਨ ਕ੍ਰਿਸ਼ਨ ਹਰੇ, ਇਹ ਮੰਤਰ ਖੋੜਸਾ ਮੰਤਰ ਮੁਖੋਂ ਸਦਾ ਜਪਦਾ ਰਹਿੰਦਾ ਹੈ। ਮੋਰ ਮੁਕਟ ਪੀਤਾੰਬਰ ਧਾਰੀ। ਤੇ ਉਸ ਕ੍ਰਿਸ਼ਨ ਭਗਵਾਨ ਦਾ ਹੀ ਧਿਆਨ ਧਰਦਾ ਹੈ। ਵਿਚਾਰ ਭਾਵ ਮਨ ਵਿੱਚ ਇਉਂ ਧਿਆਨ ਧਰਦਾ, ਹੇ ਕ੍ਰਿਸ਼ਨ ਭਗਵਾਨ
ਮੋਰ ਦੇ ਪੰਖ ਹਰ ਸ਼ੀਸ਼ ਤੇ ਮੁਕਟ ਤੁਸੀਂ ਧਾਰਿਆ ਹੋਇਆ ਹੈ। ਪੀਤਾੰਬਰ ਪੀਲੇ ਬਸਤਰ ਪਹਿਨਣ ਵਾਲੇ ਹੋ। ਇਸੇ ਧਿਆਨ ਕੇ ਮਨ ਆਧਾਰੀ। ਤੇ ਇਹ ਬ੍ਰਾਹਮਣ ਦਾ ਮਨ ਕ੍ਰਿਸ਼ਨ ਭਗਵਾਨ ਦੀ ਮੂਰਤ ਦਾ ਧਿਆਨ ਧਾਰਦਾ ਹੈ। ਇਸੇ ਹੀ ਮੂਰਤ ਦਾ ਕ੍ਰਿਸ਼ਨ ਭਗਵਾਨ ਦਾ ਹੀ ਮਨ ਕਰਕੇ ਇਹ ਆਸਰਾ ਰੱਖਦਾ ਹੈ। ਨਿਸ ਦਿਨ ਸਿਮਰ ਹੈ ਆਪਨ ਨ ਕਾਮ। ਹੋਰ ਕੋਈ ਕੰਮ ਨਹੀਂ ਜਾਂ ਕੋਈ ਕਾਮਨਾ ਇੱਛਾ ਨਹੀਂ ਕਰਦਾ। ਨਿਸ਼ਕਾਮ ਹੋ ਕੇ ਸ਼੍ਰੀ ਭਗਵਾਨ ਕ੍ਰਿਸ਼ਨ ਦੀ ਪੂਜਾ ਪ੍ਰਤਿਸ਼ਠਾ ਔਰ ਧਿਆਨ ਧਰਦਾ ਹੈ। ਮਨ ਕੀ ਲੇਵ ਚਿਤਵਤ ਘਨ ਸ਼ਿਆਮ। ਤੇ ਮਨ ਕਰਕੇ ਉਹ ਸਦਾ ਯਾਦ ਕਰਦਾ ਹੈ ਕਿ ਇਹ ਮਨ ਕੀ ਲਿਵ ਲਾ ਕੇ ਰੱਖਦਾ ਹੈ। ਮਨ ਕਰਕੇ ਚਿਤਵਦਾ ਬਿਰਤੀ ਦੇ ਨਾਲ ਸੁਰਤੀ ਜੋੜ ਕੇ। ਸ਼ਿਆਮ ਘਣ ਕਹਿੰਦੇ ਜਿਹੜਾ ਘਨ ਬੱਦਲਾਂ ਵਾਂਗੂ ਸ਼ਿਆਮ ਜਿਹੜੇ ਉਹ ਥੋੜੇ ਕਣਕ ਪਿੰਨੇ ਰੰਗ ਵਾਲੇ ਘਨ ਸ਼ਿਆਮ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਆ। ਬੱਦਲਾਂ ਵਾਲੇ ਕਾਲੇ ਬੱਦਲਾਂ ਦੇ ਰੰਗ ਜਿਨ੍ਹਾਂ ਦਾ ਸਾਂਵਲੇ ਰੰਗ ਵਾਲੇ ਹਨ। ਕਮਲ ਪੱਤਰ ਬਿਸਤਰਤ ਬਿਲੋਚਨ। ਇਹ ਭਗਵਾਨ ਕ੍ਰਿਸ਼ਨ ਜੀ ਤੁਹਾਡੇ ਜਿਹੜੇ ਨੇਤਰ ਹਨ ਉਹ ਕਮਲ ਦੀ ਪੰਖੜੀ ਵਾਂਗੂ ਬੜੇ ਖਿੜੇ ਹੋਏ ਐ। ਕੁੰਡਲ ਗੰਡ ਸਥਲ ਦੁਖ ਮੋਚਨ। ਕੰਨਾਂ ਵਿੱਚ ਪਾਏ ਹੋਏ ਕੁੰਡਲ ਦੁੱਖਾਂ ਨੂੰ ਮੋਚਨ ਕੱਟਣ ਵਾਲੇ ਐ। ਜਿਹੜੇ ਕੁੰਡਲ ਗੰਡ ਸਥਲ ਕੰਨਾਂ ਤੋਂ ਹੇਠਾਂ ਗਰਦਨ ਦੇ ਵਾਲੇ ਜਗ੍ਹਾ ਨੂੰ ਕਹਿੰਦੇ ਵਾ। ਗੰਡ ਸਥਲ ਉੱਪਰ ਜਿਹੜੇ ਵਾ ਉਹ ਸੁੰਦਰ ਕੁੰਡਲ ਲਟਕ ਰਹੇ ਆ ਦੁੱਖ ਨਾਸ਼ ਕਰਨ ਵਾਲੇ। ਮੰਦ ਮੰਦ ਸੁੰਦਰ ਮੁਸਕਾਵਨ। ਇਹ ਭਗਵਾਨ ਜੀ ਜਦੋਂ ਤੁਸੀਂ ਮੰਦਾ ਮੰਦਾ ਹੌਲੀ ਹੌਲੀ ਮੁਸਕਰਾਉਂਦੇ ਹੋ ਹੱਸਦੇ ਹੋ। ਭਗਤਨ ਕੇ ਚਿਤ ਚਾਪ ਬਧਾਵਨ। ਭਗਤਾਂ ਦੇ ਮਨ ਵਿੱਚ ਉਤਸ਼ਾਹ ਸ਼ਰਧਾ ਨੂੰ ਵਧਾ ਦਿੰਦੇ ਹੋ। ਐਸੋ ਧਿਆਨ ਬਿਖੈ ਮਨ ਲਾਗਾ। ਇਹੋ ਜਿਹੇ ਧਿਆਨ ਦੇ ਵਿੱਚ ਇਸ ਮਾਈ ਦਾਸ ਵੈਸ਼ਨੋ ਬ੍ਰਾਹਮਣ ਦਾ ਮਨ ਲੱਗਾ ਰਹਿੰਦਾ ਹੈ। ਸਿਮਰ ਹੈ ਨਾਮ ਸਦਾ ਅਨੁਰਾਗਾ। ਤੇ ਸਦਾ ਜਿਹੜਾ ਅਨੁਰਾਗਾ ਪ੍ਰੇਮ ਦੇ ਸਹਿਤ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਦਾ ਇਹ ਨਾਮ ਸਿਮਰਦਾ ਯਾਦ ਕਰਦਾ ਹੈ। ਤਿਨ ਸ਼੍ਰੀ ਅਮਰ ਮਹਾਤਮ ਸੁਨਿਓ। ਇਸ ਵੈਸ਼ਨੋ ਨਾਮ ਜਿਹੜਾ ਜਾਂ ਮਾਈ ਦਾਸ ਵੈਸ਼ਨੋ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਮਹਾਰਾਜ ਦਾ ਮਹਿਮਾ ਜਸ ਵਡਿਆਈ ਕਿਸੇ ਪਾਸੋਂ ਬੜੀ ਸੁਣੀ ਹੈ। ਬਹੁ ਗੁਰ ਸਿੱਖਿਆ ਨ ਤਿਹ ਸੋ ਭਨਿਓ। ਕਿਉਂਕਿ ਬੜੇ ਸਿੱਖਾਂ ਨੇ ਇਹ ਮਾਈ ਦਾਸ ਜਦੋਂ ਸਾਧੂਆਂ ਸੰਤਾਂ ਦੀ ਸੰਗਤ ਕਰਦਾ ਹੈ ਬੜਿਆਂ ਸਿੱਖਾਂ ਸਾਧੂਆਂ ਨੇ ਸ਼੍ਰੀ ਅਮਰਦਾਸ ਮਹਾਰਾਜ ਦੀ ਮਹਿਮਾ ਇਹਦੇ ਪਾਸ ਕੀਤੀ ਹੈ। ਚਾਹਤ ਦਰਸ਼ਨ ਕੋ ਦਿਨ ਬੀਤੇ। ਇਹ ਮਨ ਵਿੱਚ ਇੱਛਾ ਕਰਦਾ ਹੈ ਵੀ ਜਿਨ੍ਹਾਂ ਦਾ ਇੰਨਾ ਪ੍ਰਤਾਪ ਹੈ ਸੰਸਾਰ ਦੇ ਅੰਦਰ ਕਿਉਂ ਨਾ ਇਹੋ ਜਿਹੇ ਸਤਿਗੁਰਾਂ ਦੇ ਦਰਸ਼ਨ ਕੀਤੇ ਜਾਣ। ਕਬ ਕਬ ਚੱਲਨ ਠਟਹ ਨਿਜ ਚੀਤੇ। ਆਪਣੇ ਮਨ ਵਿੱਚ ਕਦੇ ਕਦੇ ਗੋਇੰਦਵਾਲ ਜਾਣ ਦੀ ਸੋਚਦਾ ਹੈ। ਮਨ ਵਿੱਚ ਬੜੀ ਇੱਛਾ ਕਰਦਾ ਹੈ ਗੋਇੰਦਵਾਲ ਆਉਣ ਬਾਰੇ। ਸਮ ਪਾਏ ਗੁਰ ਕੇ ਪੁਰ ਆਇਓ। ਦਿਨ ਬੀਤਦੇ ਗਏ ਕਿਤੇ ਸਬੱਬ ਬਣਿਆ ਇਹਦੇ ਭਾਗ ਜਾਗੇ ਹੈ ਮਹਾਰਾਜ ਦੇ ਦਰਸ਼ਨਾਂ ਵਾਸਤੇ ਗੋਇੰਦਵਾਲ ਆਇਆ ਹੈ। ਥਿਰਿਓ ਪਾਰ ਪਰ ਪੂਛ ਪਠਾਇਓ। ਤੋ ਇਉਂ ਆਇਆ ਹੈ ਗੋਇੰਦਵਾਲ ਸਾਹਿਬ ਤੇ ਬਾਹਰ ਪੁੱਛਦਾ ਪੁਛਾਉਂਦਾ ਤੇ ਦਰਵਾਜ਼ੇ ਉੱਪਰ ਜਿੱਥੇ ਗੋਇੰਦਵਾਲ ਸਾਹਿਬ ਦੀ ਡਿਊੜੀ ਹੈ ਇੱਥੇ ਬੈਠ ਗਿਆ ਹੈ। ਸੁਨ ਸ੍ਰੀ ਅਮਰ ਨੇਮ ਨਿਜ ਪਾਖਿਓ। ਤੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਦਰਵਾਜ਼ੇ ਜਿੱਥੇ ਜਾਂ ਕਹਿ ਲਓ ਇਹ ਸਥਾਨ ਚੁਬਾਰਾ ਸਾਹਿਬ ਦਾ ਹੈ ਇੱਥੇ ਪਹੁੰਚਿਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਖਬਰ ਹੋਈ ਕਿ ਮਹਾਰਾਜ ਤੁਹਾਡੇ ਦਰਸ਼ਨ ਕਰਨ ਵਾਸਤੇ ਮਾਈ ਦਾ ਨਾਮੇ ਬੜਾ ਵੱਡਾ ਬ੍ਰਾਹਮਣ ਆਇਆ ਹੈ। ਗੁਰੂ ਗਰੀਬ ਨਵਾਜ ਮਹਾਰਾਜ ਨੇ ਆਪਦਾ ਨੇਮ ਜਿਹੜਾ ਬੱਧਾ ਹੋਇਆ ਨਿਯਮ ਉਹ ਆਖ ਸੁਣਾਇਆ ਹੈ। ਜੇ ਮਨ ਤੋਬ ਦਰਸ਼ਨ ਅਭਿਲਾਖਿਓ। ਵੀ ਜੇ ਇਹ ਬ੍ਰਾਹਮਣ ਜੀ ਤੁਸੀਂ ਮਨ ਕਰਕੇ ਦਰਸ਼ਨਾਂ ਦੀ ਇੱਛਾ ਰੱਖਦੇ ਤੁਹਾਡਾ ਮਨ ਦਰਸ਼ਨਾਂ ਦਾ ਇੱਛਕ ਹੈ। ਕਰਹਾ ਦੇਗ ਤੇ ਭੋਜਨ ਜਾਏ। ਆ ਭਾਈ ਬੱਲੂ ਜੀਆਂ ਨੇ ਆਖ ਦਿੱਤਾ ਹੈ ਕਿ ਮਹਾਰਾਜ ਕਹਿੰਦੇ ਹੈ ਕਿ ਪਹਿਲਾਂ ਦੇਗ ਦੇ ਵਿੱਚੋਂ ਲੰਗਰ ਛਕੋ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ ਜਾਵੇ। ਇਹ ਗੁਰੂ ਅਮਰਦਾਸ ਮਹਾਰਾਜ ਦਾ ਨਿਯਮ ਹੈ ਕਿ ਜਿਹੜਾ ਮਹਾਰਾਜ ਦੇ ਦਰਸ਼ਨ ਕਰਨ ਆਉਂਦਾ ਹੈ ਉਹਨੂੰ ਪਹਿਲਾਂ ਲੰਗਰ ਵਿੱਚੋਂ ਪ੍ਰਸ਼ਾਦਾ ਛਕਣਾ ਪੈਂਦਾ। ਪਹਿਲਾਂ ਪੰਗਤ ਕਰਦਾ ਹੈ ਫਿਰ ਸੰਗਤ ਹੁੰਦੀ ਹੈ। ਹੋਏ ਤ੍ਰਿਪਤ ਪੁਨਹ ਟਿਗ ਆਏ। ਫਿਰ ਮਹਾਰਾਜ ਕਹਿੰਦੇ ਰੱਜ ਕੇ ਨਾ ਪ੍ਰਸ਼ਾਦਾ ਛਕ ਕੇ
ਤੇ ਮਾਈ ਦਾਸ ਜੀ ਫਿਰ ਭਾਵੇਂ ਸਾਡੇ ਪਾਸ ਆ ਜਾਣਾ ਦਰਸ਼ਨਾਂ ਨੂੰ। ਮਾਈ ਦਾਸ ਸੁਨਤ ਸੰਦੇਹ, ਹੁਣ ਮਾਈ ਦਾਸ ਇਹ ਕਰਮਕਾਂਡੀ ਬ੍ਰਾਹਮਣ ਹੈ, ਵੈਸ਼ਨੂੰ ਮਨ ਵਿੱਚ ਸੰਸਾ ਕਰਦਾ ਹੈ ਲੰਗਰ ਸੁਣ ਕੇ। ਬਿਨ ਸੰਜਮ ਤੇ ਇਨਕੇ ਗੇਹ, ਇਹਨੇ ਸੰਸਾ ਸ਼ੰਕਾ ਕੀਤਾ ਵੀ ਗੁਰੂ ਅਮਰਦਾਸ ਮਹਾਰਾਜ ਦੇ ਘਰ ਕਿੰਨੀ ਸੰਗਤ ਆਉਂਦੀ ਜਾਂਦੀ ਹੈ, ਕਿੰਨੇ ਹੀ ਸਿੱਖ ਜਿਹੜੇ ਆ ਲੰਗਰ ਤਿਆਰ ਕਰਦੇ ਆ, ਇਹਨਾਂ ਦੇ ਘਰ ਵਿੱਚ ਕਿਹੜਾ ਕੋਈ ਸੋਚ ਸੰਜਮ ਵਰਤੀ ਜਾਂਦੀ ਹੋਣੀ, ਲੰਗਰ ਵਿੱਚ ਕੋਈ ਬਹੁਤੀ ਸੋਚ ਸੰਜਮ ਨਹੀਂ ਹੋਣੀ। ਹੋਤ ਆਹਾਰ ਅਚੋਨ ਹੈ ਐਸੇ, ਤੇ ਜਿੱਥੇ ਇਹੋ ਜਿਹਾ ਪ੍ਰਸ਼ਾਦਾ ਤਿਆਰ ਹੁੰਦਾ ਮੈਂ ਉੱਥੇ ਨਹੀਂ ਛਕਾਂਗਾ। ਭਾਵੇਂ ਮਹਾਰਾਜ ਦੇ ਲੰਗਰ ਵਿੱਚ ਬੜਾ ਸੁਚੱਜੇ ਢੰਗ ਦੇ ਨਾਲ ਪ੍ਰਸ਼ਾਦਾ ਤਿਆਰ ਹੁੰਦਾ ਰਿਹਾ, ਹੁਣ ਚਾਹੇ ਥੋੜਾ ਜਿਹਾ ਆਇਆ ਵੈ ਵੇਖਣ ਵਿੱਚ ਜਾਂ ਆਪ ਸਭ ਜਾਣਦੇ ਹੋ, ਨਹੀਂ ਤਾਂ ਪੁਰਾਣੇ ਸਮਿਆਂ ਵਿੱਚ ਖਾਲਸਾ ਜੀ ਅਜੇ ਉਹ ਕੁਝ ਜਥੇਬੰਦੀਆਂ ਦੇ ਵਿੱਚ ਵਿਵੇਕ ਦੇ ਪਹਿਰੇ ਨਾਲ ਬੜਾ ਸੁੰਦਰ ਪ੍ਰਸ਼ਾਦਾ ਤਿਆਰ ਹੁੰਦਾ ਹੀ ਹੈ, ਬੜੀ ਸੁਚਮ ਦੇ ਨਾਲ। ਜਿਵੇਂ ਇੱਥੇ ਵਿਦਿਆਲਿਆਂ ਸੰਪਰਦਾਵਾਂ ਦੇ ਵਿੱਚ ਜਿੱਥੇ ਲੰਗਰ ਵਰਤਦਾ ਹੈ ਨਾ, ਪੰਗਤਾਂ ਬਣਨੀ, ਉੱਥੇ ਭਾਂਡਾ ਬਾਲਟੀ ਜਿਹਦੇ ਵਿੱਚ ਪ੍ਰਸ਼ਾਦੇ ਦਾਲ ਸਬਜ਼ੀ ਵਰਤਾਉਣੇ ਆ, ਜਾਂ ਕੇਤਲੀਆਂ ਜਲ ਵਾਲੀਆਂ, ਉਹ ਜਿੱਥੇ ਬਹਿ ਕੇ ਸੰਗਤ ਪ੍ਰਸ਼ਾਦਾ ਛਕਦੀ ਪੰਗਤਾਂ 'ਚ, ਉੱਥੇ ਥੱਲੇ ਨਹੀਂ ਰੱਖਣ ਦਿੰਦੇ। ਜਿਹੜੀ ਬਾਲਟੀ ਥੱਲੇ ਰੱਖ ਦਿੱਤੀ ਉਹ ਚੁੱਕ ਕੇ ਸਾਧ ਸੰਗਤ ਜੀ ਉਹ ਵਗਾ ਦਿੰਦੇ ਸੀ। ਉਹਦਾ ਕਾਰਨ ਇਹ ਹੈ ਵੀ ਉਹ ਲੰਗਰ ਦੇ ਜਿੱਥੇ ਛਕਦੀਆਂ ਸੰਗਤਾਂ, ਉਹ ਬਾਲਟੀ ਜਦੋਂ ਹੇਠਾਂ ਰੱਖਦੇ ਉਹ ਥੱਲੇ ਨੂੰ ਜੂਠ ਲੱਗਦੀ ਹੈ, ਉਹ ਥੱਲਾ ਉਵੇਂ ਬਾਲਟੀ ਲੰਗਰ 'ਚ ਜਾਊ ਅੰਦਰ ਜਿੱਥੇ ਪੱਕਦਾ, ਉਹ ਬੈਂਚ 'ਤੇ ਰੱਖਦੇ ਆ ਜਾ ਕੇ, ਉਹ ਤਖਤ ਪੋਸ਼ ਉੱਪਰ ਹੀ ਪ੍ਰਸ਼ਾਦੇ ਪਏ ਹੁੰਦੇ, ਐਂ ਜੂਠ ਲੰਗਰ ਵਿੱਚ ਜਾਂਦੀ ਹੈ। ਸਾਧੂਆਂ ਦੀ ਬੜੀ ਮਹਾਰਾਜ ਦੀ ਦਰਸਾਈ ਹੋਈ ਮਰਿਆਦਾ, ਬੜੀ ਬਰੀਕੀ ਨਾਲ ਉਹ ਇਸ ਗੱਲ ਨੂੰ ਜਾਣਦੇ ਆ। ਸਾਡੇ ਵਰਗੇ ਲੋਕ ਉਹਨਾਂ ਨੂੰ ਚਾਹੇ ਸਾਧ ਸੰਗਤ ਜੀ ਕਈ ਵਾਰੀ ਉਹ ਕਹਿੰਦੇ ਆ ਵੀ ਸ਼ਾਇਦ ਸ਼ੌਕ ਜੀ ਮਨਾਉਂਦੇ ਆ, ਨਫ਼ਰਤ ਮਨਾਉਂਦੇ ਆ, ਪਰ ਨਹੀਂ, ਉਹ ਬੜੇ ਜਿਹੜੇ ਤਿਆਰ ਬਰ ਤਿਆਰ ਰੋਜ਼ ਸੇਵਾ ਕਰਨ ਵਾਲੇ ਆ, ਬੜੇ ਸੰਜਮ ਵਾਲੇ ਸਿੱਖ ਜਿਹੜੇ ਉਹਨਾਂ ਨੂੰ ਪ੍ਰਸ਼ਾਦਾ ਲੰਗਰ ਵਰਤਾਉਣ ਦੀ ਸੇਵਾ ਦਿੰਦੇ ਆ, ਹਰ ਇੱਕ ਨੂੰ ਨਹੀਂ ਦਿੰਦੇ। ਤੋ ਇਸ ਤਰ੍ਹਾਂ ਫਿਰ ਜਿਵੇਂ ਉਹ ਬਾਲਟੀ ਦੇ ਥੱਲੇ ਨੂੰ ਜੂਠ ਲੱਗੇਗੀ ਤਾਂ ਸੁਭਾਵਿਕ ਹੀ ਆ ਵੀ ਉਹ ਲੰਗਰ 'ਚ ਜਾਏਗੀ। ਹੁਣ ਤਾਂ ਕੀ ਜਿੱਥੇ ਪੱਕਦਾ ਲੰਗਰ ਉੱਥੇ ਹੀ ਛਕੀ ਜਾਂਦੇ ਆ। ਅਸਲ 'ਚ ਗੁਰੂ ਘਰਾਂ ਦਾ ਨਿਯਮ ਸੀ ਵੀ ਜਿੱਥੇ ਪ੍ਰਸ਼ਾਦਾ ਲੰਗਰ ਤਿਆਰ ਹੁੰਦਾ ਨਾ, ਜਿਹੜੀ ਰਸੋਈ ਹੈ, ਉੱਥੇ ਕੋਈ ਛਕ ਨਹੀਂ ਸਕਦਾ। ਪਹਿਲਿਆਂ ਜਿਹੜੇ ਕੋਈ ਰਹਿਤਵੰਡ ਸਿੱਖ ਪਰਿਵਾਰ ਹੈ, ਉਹ ਪਰਿਵਾਰਾਂ ਵਿੱਚ ਵੀ ਐਂ ਹੀ ਆ, ਜਿੱਥੇ ਚੌਂਕਾ ਪ੍ਰਸ਼ਾਦਾ ਪੱਕਦਾ, ਮਾਈਆਂ ਪਕਾਉਂਦੀਆਂ, ਉੱਥੇ ਉਹ ਕਿਸੇ ਨੂੰ ਪ੍ਰਸ਼ਾਦਾ ਨਹੀਂ ਛਕਣ ਦਿੰਦੇ। ਪਾਸੇ ਬੈਠ ਕੇ ਮੰਜੇ 'ਤੇ ਛਕੋ, ਚਲੋ ਘਰਾਂ ਵਿੱਚ ਜਥਾ ਸੁੱਖ ਹੈ, ਉਸ ਤਰ੍ਹਾਂ ਛਕਣ ਦਿੰਦੇ ਆ। ਤੋ ਹੁਣ ਜਿਹੜਾ ਛਾਬੇ 'ਚੋਂ ਪੱਕਦਾ ਪ੍ਰਸ਼ਾਦਾ, ਉਸੇ ਛਾਬੇ 'ਚੋਂ ਇੱਕ ਜਣਾ ਹੱਥ 'ਚ ਫੜ ਛਕੀ ਜਾਂਦਾ। ਤੋ ਇਸ ਤਰ੍ਹਾਂ ਜਿਹੜੀ ਉਹ ਸੁਚਮ ਨਹੀਂ ਰਹਿੰਦੀ। ਗੁਰੂ ਗਰੀਬ ਨਵਾਜ ਮਹਾਰਾਜ ਦੇ ਲੰਗਰ 'ਤੇ ਨੇ ਸ਼ੰਕਾ ਕੀਤਾ ਮਾਈ ਦਾਸ ਬ੍ਰਾਹਮਣ ਨੇ, ਕਹਿੰਦਾ ਵੀ ਇੰਨੀ ਸੰਗਤ ਆਉਂਦੀ ਆ, ਕਿੰਨੇ ਸਿੱਖ ਖਰੇ ਕਿੱਥੋਂ ਕਿੱਥੋਂ ਆ ਕੇ ਸੇਵਾ ਕਰੀ ਜਾਂਦੇ ਆ, ਔਰ ਇਹਨਾਂ ਤੋਂ ਇੰਨੀ ਸੁਚਮ ਸੰਜਮ ਰਹਿੰਦੀ ਨਹੀਂ ਹੋਣੀ, ਤੇ ਇਹਨਾਂ ਦੇ ਹੱਥ ਦਾ ਕੀਤਾ ਪ੍ਰਸ਼ਾਦਾ ਪਾਣੀ ਤਿਆਰ ਮੈਂ ਕਿਵੇਂ ਛਕ ਸਕਦਾ, ਨਹੀਂ ਛਕਾਂਗਾ। ਮੇਰੀ ਕਿਰਿਆ ਰਹਿ ਸੁਚ ਜੈਸੇ, ਮੇਰੀ ਕਿਰਿਆ ਜਿਹੜੀ ਸੁਚਮ ਰੱਖਣ ਦੀ ਜਿਹੜੀ ਮੈਂ ਇਹ ਨੇਮ ਨਿਯਮ ਧਾਰਿਆ, ਉਹ ਕਿਵੇਂ ਰਹੇਗੀ ਜੇ ਫਿਰ ਮੈਂ ਪ੍ਰਸ਼ਾਦਾ ਇਹਨਾਂ ਦੇ ਪਾਸੋਂ ਛਕ ਲਿਆ ਪੰਗਤ ਵਿੱਚ ਬੈਠ ਕੇ। ਸੋ ਵਿਧ ਕਰਨੀ ਆਬ ਬਨ ਆਵੈ, ਤੇ ਉਹ ਹੁਣ ਵਿਧੀ ਕਰਨੀ ਬਣ ਆਉਂਦੀ ਆ ਵੀ ਅਸੀਂ ਮੈਂ ਜਿਹੜਾ ਪ੍ਰਸ਼ਾਦਾ ਨਾ ਛਕਾਂਗਾ, ਮੈਂ ਆਪਦਾ ਨਿਯਮ ਨਹੀਂ ਛੱਡਾਂਗਾ, ਇਹ ਭਾਵ ਕਿ ਇੱਥੋਂ ਪ੍ਰਸ਼ਾਦਾ ਨਹੀਂ ਮੈਂ ਛਕਾਂਗਾ। ਹੁਣ ਇਹ ਨਹੀਂ ਜਾਣਨਾ ਖਾਲਸਾ ਜੀ ਕਿ ਲੰਗਰਾਂ ਦੇ ਵਿੱਚ ਜਿਹੜੀ ਹੈ ਉਹ ਸੁਚਮ ਰੱਖਣੀ ਨਹੀਂ ਚਾਹੀਦੀ, ਜ਼ਰੂਰੀ ਵੈ, ਬਹੁਤ ਜ਼ਰੂਰੀ ਹੈ। ਪਰ ਇਹ ਹੁਣ ਬ੍ਰਾਹਮਣ ਤਾਂ ਝੂਠਾ ਹੀ ਸ਼ੰਕਾ ਕਰਦਾ ਹੈ ਨਾ, ਵੀ ਵੇਖੇ ਬਿਨਾਂ ਹੀ ਵੀ ਸ਼ਾਇਦ ਇੱਥੇ ਉੱਦਾਂ ਹੀ ਤਿਆਰ ਹੋਈ ਜਾਂਦਾ ਹੈ। ਮਹਾਰਾਜ ਦਾ ਲੰਗਰ ਵਿਵੇਕ ਵਿੱਚ ਸੀ, ਪਰ ਇਹ ਬ੍ਰਾਹਮਣ ਲੰਗਰ ਵਿੱਚ ਗਏ ਬਿਨਾਂ ਹੀ, ਇਹ ਸ਼ੰਕਾ ਨਫ਼ਰਤ ਦੇ ਸਹਿਤ ਹੈ। ਇੱਕ ਤਾਂ ਹੁੰਦਾ ਨਾ ਕੋਈ ਝੂਠ ਮੀਠ ਕਰਕੇ ਕਿਸੇ ਵੇਲੇ ਮਨ ਵਿੱਚ ਉਹ ਆ ਜਾਂਦੀ ਹੈ ਵੀ ਨਹੀਂ ਇੱਥੇ ਝੂਠ ਹੈ, ਕਈ ਉਸ ਤਰ੍ਹਾਂ ਹੀ ਉਹ ਨਫ਼ਰਤ ਜੀ ਬੜੀ ਮਨਾਉਂਦੇ ਆ, ਨੱਕ ਬੁੱਲ ਜੇ ਵੇਖ ਕੇ ਲੰਗਰ ਚੜਾਉਂਦੇ ਆ। ਇਹ ਬ੍ਰਾਹਮਣ ਨਫ਼ਰਤ ਸਹਿਤ ਸੀਗਾ। ਸ਼ੰਕਾ ਇਹਦਾ ਕੋਈ ਇਸ ਤਰ੍ਹਾਂ ਨਹੀਂ ਸੀ ਵੀ ਮਹਾਰਾਜ ਦੇ ਲੰਗਰ ਵਿੱਚ ਅਪਵਿੱਤਰਤਾ ਹੈ, ਮਹਾਰਾਜ ਦਾ ਲੰਗਰ ਤਾਂ ਪਵਿੱਤਰ ਹੈ,
ਪਰ ਇਹਨੂੰ ਸ਼ੰਕਾ ਨਫ਼ਰਤ ਦਾ ਸੀ, ਜਿਵੇਂ ਵੀ ਉੱਚੀ ਜਾਤ ਕੁੱਲ ਹੋਣ ਕਰਕੇ ਕੋਈ ਨਫ਼ਰਤ ਸੂਕ ਮਨਾਉਂਦਾ ਸੀ ਲੰਗਰ ਤੋਂ। ਜਿੱਥੇ ਕਹਿੰਦਾ ਬਹੁਤੇ ਤਿਆਰ ਕਰਦੇ ਮੈਂ ਉੱਥੋਂ ਨਹੀਂ ਛਕਣਾ, ਤੋ ਮੈਂ ਨਿਯਮ ਮੇਰਾ ਕਿਵੇਂ ਰਹਿ ਆਵੇਗਾ, ਮੈਂ ਇੱਥੋਂ ਪ੍ਰਸ਼ਾਦਾ ਛਕ ਨਹੀਂ ਸਕਦਾ ਹਾਂ। ਹਾਂਜੀ, ਸੋਚੋ ਬਿਨ ਦਰਸ਼ਨ ਕਿਆ ਫਲ ਪਾਵੈ। ਤੇ ਜੇ ਸੋਚੀ ਨਾ ਰੱਖੀ ਬ੍ਰਾਹਮਣ ਵਿਚਾਰ ਕਰਦਾ, ਫਿਰ ਦਰਸ਼ਨਾਂ ਦਾ ਕੀ ਫਲ? ਵੀ ਮਹਾਰਾਜ ਦੇ ਦਰਸ਼ਨ ਕੀਤੇ ਵੀ ਉਹੋ ਜੇ, ਨਾ ਕੀਤੇ ਵੀ ਉਹੋ ਜੇ। ਜੇਕਰ ਮੈਂ ਸੁਚਮ ਨਾ ਰੱਖੀ, ਸੰਜਮ ਨਾ ਰੱਖਿਆ, ਤਾਂ ਚਿਤਵਤ ਰਹਿਓ ਚਿੰਤ ਚਿਤ ਖਰਿਓ। ਤੇ ਖੜਾ ਹੋਇਆ ਇੱਥੇ ਚਿਤਵਣੀ ਲੱਗੀ ਹੋਈ, ਮਨ ਵਿੱਚ ਚਿੰਤਾ ਵਿੱਚ ਸੰਕੇ ਵਿੱਚ ਪਿਆ ਹੋਇਆ ਹੈ। ਬਹੁਤ ਦੇਰ ਮਹਿ ਨਿਸਚੈ ਕਰਿਓ। ਤੇ ਕੁਝ ਦਿਨ ਖੜ ਕੇ ਬ੍ਰਾਹਮਣ ਨੇ ਮਨ ਵਿੱਚ ਨਿਸ਼ਚਾ ਕੀਤਾ ਹੈ ਬਿਨਾ ਆਚਨ ਹੈ ਦਰਸ਼ਨ ਦੇਤ। ਵੀ ਜੇ ਮਹਾਰਾਜ ਬਿਨਾਂ ਛਕੇ ਤੋਂ ਦਰਸ਼ਨ ਨਹੀਂ ਦਿੰਦੇ ਆ। ਜੇ ਆਚਲਿਓ ਧਰਮ ਬਿਗਰੇਤ। ਵੀ ਮਹਾਰਾਜ ਦੇ ਦਰਸ਼ਨ ਕਰਨੇ ਤੇ ਮਹਾਰਾਜ ਨੇ ਦਰਸ਼ਨ ਨਹੀਂ ਦੇਣੇ ਪ੍ਰਸ਼ਾਦਾ ਛਕੇ ਤੋਂ ਬਿਨਾਂ। ਤੇ ਜੇ ਦਰਸ਼ਨ ਕਰਨੇ ਪ੍ਰਸ਼ਾਦਾ ਛਕ ਲਿਆ ਇਹਨਾਂ ਦੇ ਲੰਗਰ ਚੋਂ, ਤੇ ਮੇਰਾ ਧਰਮ ਨਹੀਂ ਰਵੇਗਾ। ਜਾਂ ਤੇ ਨਾਹਿ ਨ ਦਰਸ਼ਨ ਕਰੇ ਹਾਂ। ਤੇ ਇਸ ਕਰਕੇ ਮੈਂ ਸ਼੍ਰੀ ਅਮਰਦਾਸ ਮਹਾਰਾਜ ਦੇ ਦਰਸ਼ਨ ਹੀ ਛੱਡ ਦੇਣਾ, ਆਪਦਾ ਨਿਯਮ ਨਹੀਂ ਛੱਡਾਂਗਾ। ਸੰਜਮ ਸਹਿਤ ਅਚੋ ਪ੍ਰਣ ਧਰ ਹਾਂ। ਸੰਜਮ ਦੇ ਸਹਿਜ ਰਹੂੰਗਾ, ਮੈਂ ਪ੍ਰਣ ਕੀਤਾ ਜਿਹੜਾ ਉਹ ਪੂਰਾ ਕਰਾਂਗਾ, ਨੇਮ ਨਿਯਮ ਨਹੀਂ ਛੱਡਾਂਗਾ। ਬਿਨ ਦਰਸ਼ਨ ਤਬ ਫਿਰ ਕਰ ਗਇਓ। ਇਹ ਵੈਸ਼ਨੋ ਬ੍ਰਾਹਮਣ ਜਿਹੜਾ ਬਿਨਾਂ ਹੀ ਮਹਾਰਾਜ ਦੇ ਦਰਸ਼ਨ ਕੀਤੇ ਪ੍ਰਸ਼ਾਦਾ ਛਕੇ ਤੋਂ ਵਾਪਸ ਮੁੜ ਗਿਆ ਹੈ। ਨਿਸ ਦਿਨ ਮਨ ਮਹਾ ਸੰਸੈ ਭਇਓ। ਤੇ ਦਿਨ ਰਾਤ ਹੀ ਮਨ ਵਿੱਚ ਮਾਈ ਦਾਸ ਦੇ ਸ਼ੰਕਾ ਭਰਿਆ ਹੋਇਆ ਹੈ। ਨਰ ਮਹਾਤਮਾ ਅਜਮਤ ਪਰੇ। ਵੀ ਇਹ ਸ਼ੰਕਾ ਮਨ ਵਿੱਚ ਨਾਲੇ ਵੀ ਪੈ ਗਿਆ ਵੀ ਜਿਸ ਗੁਰੂ ਅਮਰਦਾਸ ਮਹਾਰਾਜ ਦੀ ਮਹਾਤਮ ਜਿਹੜਾ ਹੈ, ਸੋਭਾ ਹੈ, ਉਹ ਸਾਰਾ ਸੰਸਾਰ ਕਰਦਾ ਹੈ। ਤਿਨ ਕੋ ਦਰਸ਼ਨ ਮੈਂ ਨਹਿ ਕਰੇ। ਤੇ ਮੈਂ ਕਿਹੜਾ ਨਭਾਗਾ ਆ ਵੀ ਮੈਂ ਸ਼੍ਰੀ ਅਮਰਦਾਸ ਮਹਾਰਾਜ ਦੇ ਕੋਲ ਜਾ ਕੇ ਵੀ ਸਤਿਗੁਰਾਂ ਦੇ ਦਰਸ਼ਨ ਕਰਨ ਤੋਂ ਬਿਨਾਂ ਮੁੜ ਆਇਆ ਹਾਂ। ਲੋਕ ਸੈਂਕੜੇ ਕਰੇ ਨਿਹਾਲ। ਸੈਂਕੜੇ ਲੋਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦੇ ਦੇ ਕੇ ਨਿਹਾਲ ਕਰਦੇ ਐ। ਭਏ ਸਿੱਧ ਮਿਲ ਕੈ ਤਿਨ ਨਾਲ। ਜਿਨ੍ਹਾਂ ਦੇ ਨਾਲ ਮਿਲ ਮਿਲ ਕੇ ਪਾਪੀ ਤੋਂ ਪਾਪੀ ਲੋਕ ਵੀ ਸਿੱਧੀਆਂ ਵਾਲੇ ਬਣ ਗਏ ਆ, ਸਿੱਧੀਆਂ ਪ੍ਰਾਪਤ ਹੋਈਆਂ ਹਨ। ਕਿਸ ਕੋ ਕਰਮ ਨੇ ਮੁਝ ਕੋ ਪ੍ਰੇਰਾ। ਖਰੇ ਮੇਰਾ ਪਿਛਲੇ ਜਨਮ ਦਾ ਕਿਹੜਾ ਖੋਟਾ ਕੀਤਾ ਕਰਮ ਹੈ ਜਿਹਨੇ ਮੈਨੂੰ ਪ੍ਰੇਰ ਕੇ ਤੇ ਮਹਾਰਾਜ ਦੇ ਦਰਸ਼ਨ ਨਹੀਂ ਕਰਨ ਦਿੱਤੇ ਐ। ਜਿਸ ਤੇ ਮਹਾਪੁਰਖ ਨਹਿ ਹੇਰਾ। ਜਿਸ ਖੋਟੇ ਕਰਮ ਦੇ ਉਗੜਾਉਣ ਕਰਕੇ ਮੈਥੋਂ ਸ਼੍ਰੀ ਅਮਰਦਾਸ ਮਹਾਰਾਜ ਵਰਗੇ ਮਹਾਤਮਾ ਦੇ ਦਰਸ਼ਨ ਨਹੀਂ ਹੋਏ ਐ। ਭਇਓ ਉਦਾਸ ਨ ਠਹਿਰਿਓ ਥਾਨ। ਇਹ ਆਪਦੇ ਘਰ ਵੀ ਨਹੀਂ ਰੁਕਿਆ ਜਾ ਕੇ, ਮਨ ਵਿਸ਼ੰਕਿਆਂ ਨਾਲ ਭਰਿਆ ਹੋਇਆ ਬੜਾ ਦੁਖੀ ਹੈ। ਤੋ ਆਪਦੇ ਸ਼ੰਕੇ ਨਾਲ ਭਰਿਆ ਹੋਇਆ ਆਪਦੇ ਥਾਨ ਜਗ੍ਹਾ ਪਿੰਡ ਨਗਰ ਵਿੱਚ ਘਰ ਵਿੱਚ ਨਹੀਂ ਰੁਕਿਆ ਹੈ। ਚੱਲਾਂ ਦੁਆਰਕਾ ਮਨ ਅਸਠਾਨ। ਤੇ ਮਨ ਵਿੱਚ ਉਦਾਸ ਹੋਏ ਨੇ ਇਹ ਵਿਚਾਰ ਕੀਤੀ ਹੈ ਵੀ ਹੁਣ ਮੈਂ ਆਪਦੇ ਪਛਤਾਵੇ ਦੀ ਜਾਂ ਕੀਤੇ ਗੁਨਾਹ ਦੀ ਭੁੱਲ ਬਖਸ਼ਾਉਣ ਵਾਸਤੇ ਦੁਆਰਕਾ ਨਗਰੀ ਜਾਵਾਂਗਾ। ਪ੍ਰਾਸਚਿਤ ਤਬ ਉਤਰਹਿ ਮੇਰਾ। ਜਿਹੜਾ ਕੀਤਾ ਹੋਇਆ ਪਾਪ ਹੈ, ਮਹਾਰਾਜ ਦੇ ਦਰਸ਼ਨਾਂ ਤੋਂ ਵਾਂਝਾ ਮੁੜਿਆ, ਇਹ ਕੀਤਾ ਹੋਇਆ ਉਪਰਾਧ ਮੇਰਾ ਜਿਹੜਾ ਹੈ ਉਹ ਮਿਟ ਜਾਵੇਗਾ। ਦੁਆਰਕਾ ਦੇ ਦਰਸ਼ਨ ਕਰ ਆਵਾਂ। ਚੱਲ ਦੁਆਰਕਾ ਹਰ ਲਿਓ ਹੀਰਾ। ਉਥੇ ਜਾ ਕੇ ਦੁਆਰਕਾ ਜਾ ਕੇ ਨਗਰੀ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰ ਆਉਂਦਾ ਹਾਂ। ਅਤ ਚਿਤ ਪ੍ਰੇਮ ਭਇਓ ਚੱਲ ਪਰਿਓ। ਮਨ ਵਿੱਚ ਬੜਾ ਚਿੱਤ ਵਿੱਚ ਪ੍ਰੇਮ ਕਰਕੇ ਬਹੁਤਾ ਇਹ ਮਾਈ ਦਾਸ ਬ੍ਰਾਹਮਣ ਦੁਆਰਕਾ ਨਗਰੀ ਨੂੰ ਤੁਰਿਆ ਹੈ।